52 ਅੱਖਰੀ। 52 ਅੱਖਰੀ ਮਨੇ 52 ਅੱਖਰ। 52 ਮਨੇ 52। ਆਮ ਤੌਰ ਤੇ ਜਿਹੜੇ ਸੰਸਕ੍ਰਿਤ ਦੇ ਅੱਖਰ ਵਰਤੇ ਗਏ ਉਹ 52 ਅੱਖਰ ਵਰਤੇ ਗਏ। ਸੰਸਕ੍ਰਿਤ ਦੇ ਜਿਹੜੇ ਅੱਖਰ ਨੇ ਉਹ 52 ਅੱਖਰ ਵਰਤੇ ਗਏ। ਹੁਣ ਇਹ ਜਿਹੜੇ 52 ਅੱਖਰ ਨੇ ਆਮ ਤੌਰ ਤੇ ਵੱਖ-ਵੱਖ ਰੂਪਾਂ ਦੇ ਵਿੱਚ ਵੱਖ-ਵੱਖ ਥਾਵਾਂ ਤੇ ਇਹ ਮਿਲਦੇ ਨੇ। ਉਹਨਾਂ ਰੂਪਾਂ ਦੇ ਵਿੱਚ ਜਦੋਂ ਅਸੀਂ ਭਾਈ ਕਾਹਨ ਸਿੰਘ ਨਾਭਾ ਦਾ ਮਹਾਨਕੋਸ਼ ਪੜ੍ਹਦੇ ਹਾਂ ਤੇ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਹੈ 52 ਅੱਖਰਾਂ ਦਾ, ਜਿਹਦੇ ਵਿੱਚ ਕ ਖ ਗ ਕ ङ ਚ ਛ ਜ ਵਗੈਰਾ ਇਹ ਤਾਂ ਹਨ। ਆਖਰੀ ਅੱਖਰ ੜ ਦੀ ਥਾਂ ਤੇ ਹੈ ਸ਼। 35 ਅੱਖਰ ਇਹ ਹੋ ਗਏ। ਕ ਖ ਤੋਂ ਲੈ ਕੇ ਅਸੀਂ ੜ ਕਹਿ ਦਿੰਦੇ ਆ, ਉੱਥੇ ਸ਼ ਹੈ ਸੰਸਕ੍ਰਿਤ ਦੇ ਵਿੱਚ। ਇਹ ਹੋ ਗਏ 35 ਅੱਖਰ। ਉਸ ਤੋਂ ਬਾਅਦ ਅ ਆ ਈ ਈ ਊ ਊ ਏ ਐ ਓ ਔ ਅੰ ਤੇ ਅਹ 12 ਇਹ ਹੋ ਗਏ। ਹੁਣ 35 ਤੇ 12 ਹੋ ਗਏ ਇਹ 47। ਉਸ ਤੋਂ ਬਾਅਦ ਆ ਗਿਆ ਸ ਹ ਸ਼ ਤ੍ਰ ਤੇ ਗ। ਸ ਹ ਸ਼ ਤ੍ਰ ਗ 5 ਅੱਖਰ ਇਹ ਹੋ ਗਏ। 47 ਤੇ 5 ਹੋ ਗਏ 52। ਇਹ 52 ਅੱਖਰ ਨੇ ਜਿਹੜੇ ਸੰਸਕ੍ਰਿਤ ਦੇ ਵਿੱਚ ਇਹ ਜਿਹੜੇ ਉਚਾਰਨ ਕੀਤੇ ਗਏ। ਪਰ ਜਦੋਂ ਅਸੀਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਬਾਣੀ ਪੜ੍ਹਦੇ ਹਾਂ 52 ਅੱਖਰੀ, ਜਾਂ ਅਸੀਂ ਭਗਤ ਕਬੀਰ ਜੀ ਦੀ ਬਾਣੀ ਪੜ੍ਹਦੇ ਹਾਂ 52 ਅੱਖਰੀ, ਇਹਨਾਂ ਵਿੱਚ ਸੰਸਕ੍ਰਿਤ ਦੇ ਅੱਖਰਾਂ ਦਾ ਕ੍ਰਮ ਜਿਹੜਾ ਹੈ ਉਹ ਕੰਪਲੀਟ ਨਹੀਂ ਹੈ। ਕਿਉਂ? ਉਹ ਇਸ ਕਰਕੇ ਉਸ ਜ਼ਮਾਨੇ ਵਿੱਚ ਉਸ ਜ਼ਮਾਨੇ ਦੇ ਟੀਚਰ ਜਿਵੇਂ ਪੜ੍ਹਾਉਂਦੇ ਸਨ, ਪਾਂਧੇ ਜਿਵੇਂ ਪੜ੍ਹਾਉਂਦੇ ਸਨ, ਉਦਾਂ ਦੀ ਅੱਖਰ ਕ੍ਰਮ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਰੱਖ ਲਿਆ, ਉਦਾਂ ਦਾ ਹੀ ਅੱਖਰ ਕ੍ਰਮ ਜਿਹੜਾ ਹੈ ਉਹ ਭਗਤ ਕਬੀਰ ਜੀ ਨੇ ਰੱਖ ਲਿਆ। ਜਿਵੇਂ ਉਹਨਾਂ ਨੂੰ ਪੜ੍ਹਾਇਆ ਗਿਆ ਸੀ ਉਹਦੇ ਅਨੁਸਾਰ ਹੀ ਉਹਨਾਂ ਨੇ ਬਾਣੀ ਰਚ ਦਿੱਤੀ 52 ਅੱਖਰੀ। ਪੱਟੀ ਦੀ ਬਾਣੀ ਵੀ ਲਗਭਗ ਇਸੇ ਤਰ੍ਹਾਂ ਹੈ। ਪੱਟੀ ਦੀ ਬਾਣੀ ਅੱਜ ਅਸੀਂ ਜਿਹੜੀ ਪੱਟੀ ਹੈ, ਪੱਟੀ ਦੀ ਬਾਣੀ 35 ਅੱਖਰ ਨੇ। ਅੱਜ ਤੇ ਅਸੀਂ ਊੜਾ ਐੜਾ ਈੜੀ ਸੱਸਾ ਹਾਹਾ ਇਹ 35 ਅੱਖਰ ਪੜ੍ਹਦੇ ਆ। ਪਰ ਗੁਰੂ ਨਾਨਕ ਸਾਹਿਬ ਦੀ ਪੱਟੀ ਦੀ ਬਾਣੀ, ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਬਾਣੀ, ਉਹਦੇ ਵਿੱਚ ਅੱਖਰਾਂ ਦੀ ਤਰਤੀਬ ਨਹੀਂ ਹੈ। ਕਿਉਂ? ਕਿਉਂਕਿ ਉਸ ਜ਼ਮਾਨੇ 'ਚ ਤਰਤੀਬ ਹੁੰਦੀ ਨਹੀਂ ਸੀ। ਗੁਰੂ ਨਾਨਕ ਪਾਤਸ਼ਾਹ ਵੇਲੇ ਤਰਤੀਬ ਨਹੀਂ ਸੀ। ਜਿਵੇਂ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਪਾਂਧੇ ਨੇ ਪੜ੍ਹਾਇਆ ਊੜਾ ਐੜਾ ਈੜੀ ਸੱਸਾ, ਉਦਾਂ ਹੀ ਉਹਨਾਂ ਨੇ ਦਰਜ ਕਰ ਦਿੱਤਾ, ਉਦਾਂ ਹੀ ਬਾਣੀ ਉਚਾਰ ਦਿੱਤੀ। ਹੁਣ ਗੁਰੂ ਅਮਰਦਾਸ ਪਾਤਸ਼ਾਹ ਕਿਉਂਕਿ ਗੁਰੂ ਨਾਨਕ ਦੇਵ ਜੀ ਘਰ ਆਏ ਨਹੀਂ ਹਨ, ਜਦੋਂ ਬਚਪਨ ਦੇ ਵਿੱਚ ਉਹ ਪਾਂਧੇ ਕੋਲੋਂ ਸਿੱਖੇ ਸਨ, ਉਹ ਤੇ ਆਏ ਨੇ 60-62 ਸਾਲ ਦੀ ਉਮਰ ਦੇ ਵਿੱਚ। ਤਬ ਤੱਕ ਉਹ ਪੱਟੀ ਦੀ ਬਾਣੀ ਜਿਹੜੀ ਆਪਣੇ ਪਾਂਧੇ ਤੋਂ ਬਚਪਨ 'ਚ ਪੜ੍ਹ ਚੁੱਕੇ ਨੇ। ਜਿਵੇਂ ਦੀ ਉਹਨਾਂ ਦੀ ਤਰਤੀਬ ਸੀ, ਜਿਵੇਂ ਪੜ੍ਹਾਈ ਗਈ, ਉਹਨਾਂ ਨੇ ਉਦਾਂ ਹੀ ਬਾਣੀ ਰਚ ਦਿੱਤੀ। ਇਹ ਕਿਹਾ ਜਾਂਦਾ ਹੈ ਕਿ ਬਾਅਦ ਵਿੱਚ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੇ ਉਹਨਾਂ 35 ਅੱਖਰਾਂ ਨੂੰ ਤਰਤੀਬ ਦੇ ਦਿੱਤੀ। 5 ਵਰਗ ਅਲੱਗ-ਅਲੱਗ ਕਰ ਦਿੱਤੇ ਉਹਨਾਂ ਦੇ, 7 ਵਰਗ ਜਿਹੜੇ ਸੀ 6 ਵਰਗ ਅਲੱਗ-ਅਲੱਗ ਕਰ ਦਿੱਤੇ ਕ ਤੋਂ ਲੈ ਕੇ य ਤੱਕ ਦੇ। 7ਵਾਂ ਵਰਗ ਜਿਹੜਾ ਸੀ ਉਹਦੇ 'ਚ ਸਵਰ ਲਾ ਦਿੱਤੇ ਊੜਾ ਐੜਾ ਈੜੀ। 2 ਅੱਖਰ ਬਚੇ ਸੀ ਸੱਸਾ ਤੇ ਹਾਹਾ, ਉਸੇ ਵਰਗ ਨਾਲ ਜੋੜ ਦਿੱਤੇ। ਏਦਾਂ 7 ਵਰਗ ਬਣਾ ਦਿੱਤੇ ਊੜੇ ਤੋਂ ਲੈ ਕੇ ੜਾੜੇ ਤੱਕ 35 ਅੱਖਰ, ਜਿਹੜੇ ਅੱਜ ਦੇ ਜ਼ਮਾਨੇ 'ਚ ਸਾਡੇ ਸਾਹਮਣੇ ਪ੍ਰਚਲਿਤ ਨੇ। ਏਦਾਂ ਵਿਦਵਾਨਾਂ ਵੱਲੋਂ ਕਿਹਾ ਜਾਂਦਾ ਹੈ ਕਿ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੇ ਫਿਰ ਤਰਤੀਬ ਦਿੱਤੀ ਸੀ ਇਹਨਾਂ ਨੂੰ ਵਿਸ਼ੇਸ਼ ਤੌਰ ਤੇ। ਪਰ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਤੇ ਬਾਬਾ ਅਮਰਦਾਸ, ਗੁਰੂ ਅਮਰਦਾਸ ਪਾਤਸ਼ਾਹ ਆਪੋ ਆਪਣੇ ਪਾਂਧਿਆਂ ਕੋਲੋਂ ਪੜ੍ਹ ਚੁੱਕੇ ਸਨ ਉਸ ਤੋਂ ਪਹਿਲਾਂ, ਤੇ ਜਿਵੇਂ ਉਹਨਾਂ ਨੇ ਪੜ੍ਹਾਈ ਕੀਤੀ ਸੀ ਉਦਾਂ ਹੀ ਪੱਟੀ ਦੀ ਬਾਣੀ ਉਹਨਾਂ ਨੇ ਉਚਾਰ ਦਿੱਤੀ। 52 ਅੱਖਰੀ ਨਾਲ ਵੀ ਲਗਭਗ ਇਸੇ ਤਰ੍ਹਾਂ ਹੀ ਹੋਇਆ। 52 ਅੱਖਰੀ 'ਚ ਆਮ ਤੌਰ ਤੇ ਅਸੀਂ ਕਹਿ ਦਿੰਦੇ ਆ ਜਿਹੜੇ ਜ਼ਬਾਨ ਤੇ ਚੜੇ ਹੋਏ ਸਨ ਲੋਕਾਂ ਦੇ ਅ ਊ ਓ ਅੰ ਆ, ਉਹਦੀ ਥਾਂ ਤੇ ਆਇਓ ਅੰਗੈ ਇਕੱਠਾ ਹੀ ਬੋਲ ਦਿੱਤਾ ਜਾਂਦਾ ਸੀ ਤਾਂ ਕਿ ਉਹ ਸਾਰੇ ਸ਼ਬਦ ਯਾਦ ਕੀਤੇ ਜਾ ਸਕਣ। ਆਇਓ ਅੰਗੈ ਤੁਸੀਂ ਬਾਣੀ 'ਚ ਵੀ ਇਹ ਤੁਸੀਂ ਜਦੋਂ ਪੜ੍ਹੋਗੇ ਉਦੋਂ ਤੁਹਾਨੂੰ ਇਹ ਅੱਖਰ ਸਾਹਮਣੇ ਆਣਗੇ, ਅ ਊ ਓ ਅੰ ਆ, ਆਇਓ ਅੰਗੈ। ਖੈਰ 52 ਅੱਖਰ ਜਿਹੜੇ ਨੇ ਆਮ ਤੌਰ ਤੇ ਸੰਸਕ੍ਰਿਤ ਦੇ ਮੰਨੇ ਗਏ 52 ਅੱਖਰ, ਪਰ ਭਗਤ ਕਬੀਰ ਜੀ ਨੇ ਸਮੁੱਚਤਾ ਰੂਪ ਦੇ ਵਿੱਚ ਹੀ ਲੈ ਲਿਆ ਵੀ ਜ਼ਿਆਦਾ ਤੋਂ ਜ਼ਿਆਦਾ ਕਿੰਨੇ ਅੱਖਰ ਹੋਣਗੇ ਭਾਰਤ ਵਿੱਚ? 52 ਹੋ ਜਾਣਗੇ। ਕਿਸੇ ਦੇ 35 ਨੇ, ਕਿਸੇ 26 ਨੇ, ਕਿਸੇ ਦੇ 32 ਨੇ, ਕਿਸੇ ਦੇ 40 ਨੇ, ਕਿਸੇ ਦੇ 45 ਨੇ। ਜ਼ਿਆਦਾ ਤੋਂ ਜ਼ਿਆਦਾ ਕਿੰਨੇ ਅੱਖਰ ਇਕੱਠੇ ਕੀਤੇ ਜਾ ਸਕਦੇ ਨੇ? 52 ਕਰ ਲਓਗੇ, ਹੋਰ ਕੀ ਕਰ ਲਓਗੇ? ਸੰਸਕ੍ਰਿਤ ਦੇ ਸਭ ਤੋਂ ਵੱਡੀ ਲਿਪੀ ਮੰਨੀ ਗਈ ਭਾਰਤ ਦੀ, ਮੈਂ ਭਾਰਤ ਦੀ ਕਹਿ ਰਿਹਾ, ਹਾਲਾਂਕਿ ਚਾਈਨੀਜ਼ ਦੀ ਜਾਂ ਜੈਪਨੀਜ਼ ਜਿਹੜੀ ਲਿਪੀ ਉਹ ਤੇ 250-250 300 ਅੱਖਰ ਨੇ, ਔਰ ਉਹਨਾਂ ਦੇ ਅੱਖਰ ਵੀ ਚਿੱਤਰਾਂ ਵਾਲੀ ਭਾਸ਼ਾ ਹੈ।
ਤਸਵੀਰਾਂ ਵਾਲੀ ਭਾਸ਼ਾ ਉਹਨਾਂ ਦੀ, ਅੱਖਰ ਨਹੀਂ ਹਨ ਉਹਨਾਂ ਦੇ। ਅੱਜ ਵੀ ਤਸਵੀਰਾਂ ਦੀ ਭਾਸ਼ਾ ਚੱਲ ਰਹੀ ਹੈ ਉਹਨਾਂ ਦੀ, ਜਿਹਦੇ ਫਾਇਦੇ ਵੀ ਬੜੇ ਨੇ। ਇਹ ਇੱਕ ਵੱਖਰਾ ਚੈਪਟਰ ਹੈ, ਕਦੀ ਮੌਕਾ ਲੱਗਿਆ ਤੇ ਜ਼ਰੂਰ ਦੱਸਾਂਗਾ ਵੀ ਕੀ ਫਾਇਦੇ ਹੈਗੇ। ਖੈਰ, ਪਰ ਭਾਰਤ ਦੇ ਵਿੱਚ ਸਭ ਤੋਂ ਵੱਡੀ ਅੱਖਰਾਂ ਵਾਲੀ ਲਿਪੀ ਜਿਹੜੀ ਉਹ ਸੰਸਕ੍ਰਿਤ ਮੰਨੀ ਗਈ, ਜਿਹਦੇ 52 ਅੱਖਰ ਮੰਨੇ ਗਏ। ਤੇ ਸਮੁੱਚਤਾ ਨੂੰ ਲੈਣ ਵਾਸਤੇ ਭਗਤ ਕਬੀਰ ਜੀ ਨੇ 52 ਅੱਖਰੀ ਰਚ ਦਿੱਤੀ। ਭਾਵ ਵੱਧ ਤੋਂ ਵੱਧ ਕਿੰਨੇ ਹੋਣਗੇ? 52 ਹੋ ਜਾਣਗੇ। ਕਿੰਨੇ ਕੁ ਹੋਣਗੇ? 52 ਅੱਖਰ, 52 ਅੱਖਰੀ। ਤੇ ਦੂਜੀ ਗੱਲ, 52 ਅੱਖਰੀ ਜਿਹੜਾ ਨਾਮ ਹੈ ਨਾ, ਜਿਸ ਸਮੇਂ ਦੇ ਵਿੱਚ ਕਿਸੇ ਕਵੀ ਨੇ ਰਚਨਾ ਰਚੀ, ਉਹਨੇ ਉਸ ਸਮੇਂ ਦੇ ਵਿੱਚ ਜੋ ਪ੍ਰਚਲਿਤ ਚੀਜ਼ਾਂ ਸਨ ਉਹਨਾਂ ਨੂੰ ਲੈ ਕੇ ਆਪਣੀ ਰਚਨਾ ਰਚੀ। ਉਦਾਹਰਨ ਦੇ ਤੌਰ ਤੇ ਸਾਡੀ ਪੰਜਾਬੀ ਦੇ ਵਿੱਚ ਅਨੇਕਾਂ ਤਰੀਕਿਆਂ ਦੇ ਨਾਲ ਕਾਵ ਰੂਪ ਰਚਨਾ ਕੀਤੀ ਗਈ। ਪੱਟੀ ਦੇ ਵਿੱਚ ਵੀ, ਜਾਂ ਗੁਰੂ ਅਰਜਨ ਦੇਵ ਪਾਤਸ਼ਾਹ ਨੇ 52 ਅੱਖਰੀ ਰਚੀ। ਏਦਾਂ ਹੀ ਕਿਸੇ ਨੇ 12 ਮਾਹਾਂ ਦੇ ਉੱਪਰ ਬਾਣੀ ਰਚ ਦਿੱਤੀ। ਚੇਤ, ਵਿਸਾਖ, ਜੇਠ, ਹਾੜ ਮਹੀਨਾ ਲੈ ਕੇ ਗੱਲ ਤੇ ਆਪਣਾ ਮੈਸੇਜ ਦੇਣ ਦੀ ਸੀ। ਉਹਦੇ ਲਈ ਇੱਕ ਬਹਾਨਾ ਲੱਭ ਲਿਆ ਵੀ ਚਲੋ ਇਹਦੇ ਅਸੀਂ 12 ਹਿੱਸੇ ਕਰ ਲੈਣੇ ਇਸੇ ਮੈਸੇਜ ਦੇ, ਤੇ 12 ਹਿੱਸਿਆਂ ਨੂੰ 12 ਮਹੀਨਿਆਂ ਦੇ ਨਾਮ ਦੇ ਦਿੱਤੇ ਗਏ। ਬਸ ਕਿਸੇ ਨੇ ਕਿਹਾ ਮੈਂ ਆਪਣੇ ਮੈਸੇਜ ਨੂੰ 15 ਹਿੱਸੇ ਚ ਦੇ ਦੇਣਾ ਦੁਨੀਆ ਤੇ। ਜਿਨ੍ਹਾਂ ਨੇ 15 ਹਿੱਸੇ ਕੀਤੇ ਆਪਣੇ ਮੈਸੇਜ ਦੇ, ਆਪਣੇ ਉਪਦੇਸ਼ ਦੇ, ਉਹਨਾਂ ਨੇ 33 ਦੀ ਬਾਣੀ ਉਚਾਰ ਦਿੱਤੀ। ਚਲੋ ਏਕਮ ਗੂੰਜ ਲਾ ਕੇ ਆਪਾਂ ਉਚਾਰ ਦਿੰਦੇ ਹਾਂ। ਏਦਾਂ ਹੀ ਸੀ ਹਰਫੀਆਂ, ਅਲਫ, ਬੇ, ਪੇ, ਤੇ, ਟੇ, ਸੇ। ਇਹਦੇ ਉੱਪਰ ਅਲਫ ਦੇ ਉੱਪਰ ਇੱਕ ਮਿਸਰਾ ਰਚ ਦਿੱਤਾ, ਇੱਕ ਸ਼ੇਰ ਰਚ ਦਿੱਤਾ। ਬੇ ਦੇ ਉੱਪਰ ਇੱਕ ਸ਼ੇਰ ਰਚ ਦਿੱਤਾ। ਸਿਰਫ ਕੀ ਉਹਨਾਂ ਦੀ ਵਰਤੋਂ ਕਰਕੇ ਇੱਕ ਰੂਪ ਦੇ ਦਿੱਤਾ ਕਾਵ ਦਾ, ਕਾਵ ਦੀ ਵੰਨਗੀ ਬਣਾ ਦਿੱਤੀ। ਕਿਸੇ ਨੇ 12 ਮਾਹ ਦੇ ਆਸਰਾ ਲੈ ਕੇ ਆਪਣੀ ਰਚਨਾ ਰਚ ਦਿੱਤੀ। ਜਿਵੇਂ ਬੁੱਲੇ ਸ਼ਾਹ ਦੇ 12 ਮਾਹ, ਸ਼ਾਹ ਹੁਸੈਨ ਦੀਆਂ ਸੀ ਹਰਫੀਆਂ ਅਸੀਂ ਪੜ੍ਹਦੇ ਹਾਂ, ਆਮ ਤੌਰ ਸਕੂਲਾਂ 'ਚ ਵੀ ਪੜ੍ਹਦੇ ਰਹੇ ਅਸੀਂ ਇਹ ਚੀਜ਼ਾਂ। ਇਸੇ ਤਰ੍ਹਾਂ ਕਿਸੇ ਨੇ ਗੰਢਾਂ ਲੈ ਲਈਆਂ, ਕਿਸੇ ਨੇ ਦੋਹੜੇ ਲੈ ਲਏ। ਇਹਦੇ ਤੋਂ ਇਲਾਵਾ ਕਿਸੇ ਨੇ ਪਹਿਰੇ ਲੈ ਲਏ, ਕਿਸੇ ਨੇ ਸਮੇਂ ਦੀ ਤਰਤੀਬ ਨੂੰ ਲੈ ਕੇ ਆਪਣਾ ਉਪਦੇਸ਼ ਕਰ ਦਿੱਤਾ। ਸਮੇਂ ਦੀ ਤਰਤੀਬ ਦੇ ਵਿੱਚ ਕਿਸੇ ਨੇ ਰੁੱਤੀ ਲੈ ਲਈ, 6 ਰੁੱਤਾਂ, 6 ਮੈਸੇਜ ਦੇ 6 ਹਿੱਸੇ ਕਰ ਦਿੱਤੇ। ਉਹਨਾਂ ਨੂੰ ਇੱਕ ਇੱਕ ਰੁੱਤ ਦਾ ਨਾਮ ਦੇ ਦਿੱਤਾ, ਰੁੱਤੀ ਦੀ ਬਾਣੀ ਉਚਾਰ ਦਿੱਤੀ। ਹੁਣ 12 ਮਾਹ ਤੇ ਸਾਨੂੰ ਯਾਦ ਆ ਜਾਂਦਾ ਸੰਗਰਾਂਦ ਦਾ ਦਿਨ, ਚੇਤ ਦਾ, ਵਿਸਾਖ ਦਾ, ਜੇਠ ਦਾ। 6 ਰੁੱਤੀ ਵੇਲੇ ਸਾਨੂੰ ਬਾਣੀ ਰੁੱਤੀ ਦੀ ਨਹੀਂ ਯਾਦ ਆਉਂਦੀ ਵੀ 2 ਮਹੀਨੇ ਬਾਅਦ ਰੁੱਤ ਵੀ ਬਦਲਦੀ ਹੈ, ਅੱਜ ਰੁੱਤੀ ਦਾ ਪਾਠ ਕਰ ਲਈਏ। ਜਦੋਂ ਹਰ ਰੋਜ਼ ਥਿੱਤ ਬਦਲਦੀ ਹੈ, ਤਰੀਕ ਬਦਲਦੀ ਹੈ, ਸਾਨੂੰ ਥਿੱਤੀ ਦੀ ਬਾਣੀ ਯਾਦ ਨਹੀਂ ਆਉਂਦੀ। ਅੱਜ ਏਕਮ ਹੈ, ਅੱਜ ਦੂਜ ਹੈ, ਅੱਜ ਤੀਜ ਹੈ, ਅੱਜ ਇਕਾਦਸ਼ੀ ਹੈ, ਅੱਜ ਦੁਆਦਸ਼ੀ ਹੈ। ਉਦੋਂ ਅਸੀਂ ਕਿੱਥੇ ਚਲੇ ਜਾਂਦੇ ਹਾਂ? ਦਿਨ ਰਹਿਣ ਦੇ ਉੱਪਰ ਬਾਣੀ ਉਚਾਰ ਦਿੱਤੀ। ਜੇ ਮੈਸੇਜ ਨੂੰ 2 ਹਿੱਸਿਆਂ 'ਚ ਵੰਡ ਦਿੱਤਾ, ਨਾਂ ਦੇ ਦਿੱਤਾ ਦਿਨ ਤੇ ਰਹਿਣ। ਜਦੋਂ ਦਿਨ ਆਉਂਦਾ ਹੈ ਸਾਨੂੰ ਦਿਨ ਦੀ ਬਾਣੀ ਯਾਦ ਨਹੀਂ ਆਉਂਦੀ, ਦਿਨ ਰਹਿਣ ਦੀ ਬਾਣੀ ਯਾਦ ਨਹੀਂ ਆਉਂਦੀ। ਰਾਤ ਆਉਂਦੀ ਹੈ ਤਾਂ ਵੀ ਦਿਨ ਰਹਿਣ ਦੀ ਬਾਣੀ ਯਾਦ ਨਹੀਂ ਆਉਂਦੀ। ਇਸੇ ਤਰ੍ਹਾਂ ਕਿਸੇ ਨੇ ਆਪਣੇ ਮੈਸੇਜ ਨੂੰ 4 ਹਿੱਸਿਆਂ 'ਚ ਵੰਡ ਦਿੱਤਾ। ਹੁਣ 4 ਹਿੱਸਿਆਂ ਨੂੰ ਇੱਕ ਨਾਮ ਦੇਣਾ ਹੈ, ਤੇ ਉਹ ਨਾਮ ਦੇ ਦਿੱਤਾ ਪਹਿਰੇ। ਪਹਿਲਾ ਪਹਿਰ, ਦੂਜਾ ਪਹਿਰ, ਤੀਜਾ ਪਹਿਰ, ਚੌਥਾ ਪਹਿਰ। ਪਹਿਰਿਆਂ ਤੇ ਬਾਣੀ ਉਚਾਰ ਦਿੱਤੀ। ਸਿਰਫ ਕਾਵਿਕ ਵੰਨਗੀਆਂ ਨੇ ਇਹ, ਕਵਿਤਾ ਦੇ ਇਹ ਨਮੂਨੇ ਹਨ। ਕਿਸੇ ਵੀ ਚੀਜ਼ ਨੂੰ ਲੈ ਕੇ ਕਵਿਤਾ ਰਚ ਦੇਣੀ। ਸਿਰਫ ਇਹ ਸਮੇਂ ਦੀ ਹੀ ਨਹੀਂ, ਹਰ ਚੀਜ਼ ਦੀ। ਮਾਨੋ ਭਰਾ ਦਾ ਵਿਆਹ ਹੈ ਤੇ ਭੈਣਾਂ ਕੀ ਕਰਦੀਆਂ ਨੇ? ਉਹ ਘੋੜੀ ਦੀ ਵਾਗ ਨੂੰ ਗੁੰਨਦੀਆਂ ਨੇ, ਉਹਦੀ ਗੁੱਤ ਗੁੰਨਦੀਆਂ ਨੇ, ਤੇ ਨਾਲ ਨਾਲ ਇੱਕ ਗੀਤ ਗਾਉਂਦੀਆਂ ਨੇ ਕਿ ਮੇਰਾ ਵੀਰਾ ਜਿਉਂਦਾ ਵਸਦਾ ਰਵੇ, ਦੀ ਘੋੜੀ ਸਲਾਮਤ ਰਵੇ। ਸਤਿਗੁਰੂ ਪਾਤਸ਼ਾਹ ਨੇ ਘੋੜੀਆਂ ਲੈ ਕੇ ਲਫ਼ਜ਼ ਉਹਦੇ ਤੇ ਬਾਣੀ ਉਚਾਰ ਦਿੱਤੀ। ਐ ਸਿੱਖਾ ਯਾਦ ਰੱਖੀ, ਜਿੱਦਣ ਵਿਆਹ ਹੋਵੇ ਤੇਰੇ ਘਰ ਘੋੜੀਆਂ ਨਾ ਗਾਣ ਲੱਗ ਜਾਈ, ਕਿਉਂਕਿ ਨਾ ਤੇ ਘੋੜੀ ਨੇ ਸਦਾ ਰਹਿਣਾ ਤੇ ਨਾ ਘੋੜੀ ਤੇ ਬੈਠਣ ਵਾਲੇ ਨੇ ਰਹਿਣਾ। ਜੇ ਘੋੜੀਆਂ ਦੀ ਬਾਣੀ ਗਾਣੀ ਹੈ ਤੇ ਤੂੰ ਆਹ ਬਾਣੀ ਗਾ, ਤੇਰਾ ਸਰੀਰ ਘੋੜੀ ਹੈ, ਤੂੰ ਇਹਦੇ ਤੇ ਸਵਾਰ ਹੈ। ਤੂੰ ਆਪਣੇ ਸਰੀਰ ਘੋੜੀ ਨੂੰ ਸਫਲ ਕਰ ਲੈ, ਇਹਦੇ ਤੇ ਸਵਾਰ ਹੋ ਕੇ ਰੱਬ ਦੇ ਘਰ ਤੱਕ ਜਾ, ਫਿਰ ਤੇਰੀ ਘੋੜੀਆਂ ਗਾਈਆਂ ਸਫਲ ਨੇ। ਏਦਾਂ ਹੀ ਅਲਾਣੀਆਂ ਸੀ ਸਲੋਣੀਆਂ ਸਿਫਤ ਕਰਨੀ। ਜਦੋਂ ਕਿਸੇ ਨੇ ਮਰ ਜਾਣਾ ਤੇ ਨੈਣਾ ਨੇ ਆ ਕੇ ਉਹਦੀ ਸਿਫਤ ਕਰਨੀ, ਮਰੇ ਹੋਏ ਦੀ। ਬੜਾ ਚੰਗਾ ਹੁੰਦਾ ਸੀ, ਕਿੱਥੇ ਚਲਾ ਗਿਆ, ਇੱਥੇ ਚਲਾ ਗਿਆ, ਉੱਥੇ ਚਲਾ ਗਿਆ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਲੈ ਤੈਨੂੰ ਅਲਾਣੀਆਂ ਦੀ ਬਾਣੀ ਦੇ ਦਿੰਦਾ ਵਾਂ। ਜਿੱਦਣ ਮੌਤ ਹੋਵੇ ਸਿਫਤ ਰੱਬ ਦੀ ਕਰੀ, ਮਰੇ ਦੀ ਕਾਦੀ ਸਿਫਤ ਕਰਨੀ। ਦੁਨੀਆ ਨਾ ਸਲਾਹ ਜੋ ਮਰ ਵੰਜਸੀ, ਲੋਕਾਂ ਨਾ ਸਲਾਹ ਜੋ ਮਰ ਖਾਕ ਥੀ। ਦੁਨੀਆ ਨੂੰ ਕਾਹਨੂੰ ਸਲਾਣਾ? ਜਿਹਨਾਂ ਮਰ ਜਾਣਾ, ਮਿੱਟੀ ਹੋਣਾ, ਉਹਨੂੰ ਸਲਾਹ ਜਿਹਨੇ ਸਦਾ ਰਹਿਣਾ। ਅਲਾਣੀਆਂ ਗਾਉਣੀਆਂ ਨੇ ਤੇ ਰੱਬ ਦੀਆਂ ਗਾ ਜਿਹਨੇ ਸਦਾ ਰਹਿਣਾ। ਇਸੇ ਤਰ੍ਹਾਂ ਸਮਾਜ ਵਿੱਚ ਦੇਖਿਆ, ਕੋਈ ਚੰਗੀ ਇਸਤਰੀ ਹੈ, ਕੋਈ ਬੁਰੀ ਇਸਤਰੀ ਹੈ, ਉਹਦੇ ਉੱਪਰ ਕਵੀਆਂ ਨੇ ਕਵਿਤਾਵਾਂ ਲਿਖੀਆਂ ਸਨ। ਸਤਿਗੁਰੂ ਨੇ ਬਾਣੀ ਰਚ ਦਿੱਤੀ। ਇੱਕ ਕੁਚੱਜੀ ਹੈ, ਮੈਂ ਕੁਚੱਜੀ ਹਾਂ, ਮੰਨ ਕੁਚੱਜੀ, ਆਪਣੇ ਆਪ ਨੂੰ ਕਿਹਾ ਉੱਥੇ। ਅੰਮਾਵਣ ਡੋਸੜੇ, ਮੇਰੇ ਅੰਦਰ ਅਨੇਕਾਂ ਹੀ ਦੋਸ਼ ਨੇ।
ਆ ਸੁਚੱਜੀ ਦੀ ਬਾਣੀ ਹੈ, ਆ ਗੁਣਵੰਤੀ ਦੀ ਬਾਣੀ ਹੈ। ਸੁਚੱਜੀ ਤੇ ਬਾਣੀ ਰਚ ਦਿੱਤੀ, ਗੁਣਵੰਤੀ ਤੇ ਰਚ ਦਿੱਤੀ, ਕਿਤੇ ਫੁਨਹੇ ਤੇ ਬਾਣੀ ਰਚ ਦਿੱਤੀ, ਕਿਤੇ ਕਰਹਲੇ ਤੇ ਬਾਣੀ ਰਚ ਦਿੱਤੀ, ਕਿਤੇ ਗਾਥਾ ਤੇ ਰਚ ਦਿੱਤੀ, ਕਿਤੇ ਚੌਬੋਲੇ ਤੇ ਰਚ ਦਿੱਤੀ, ਕਿਤੇ ਮੁੰਦਾਵਣੀ ਦੇ ਉੱਪਰ ਬਾਣੀ ਰਚ ਦਿੱਤੀ, ਕਿਤੇ ਛੰਤਾਂ ਤੇ ਬਾਣੀ ਰਚ ਦਿੱਤੀ। ਇਹ ਸਾਰੇ ਲੋਕ ਗਾਇਨ ਸ਼ੈਲੀਆਂ ਸਨ, ਇਹ ਜਿਹੜੇ ਆਮ ਲੋਕ ਗਾਉਂਦੇ ਸਨ। ਇਸੇ ਤਰ੍ਹਾਂ 52 ਅੱਖਰੀ, ਇਹਦਾ ਮਤਲਬ ਸਿਰਫ ਕਾਵਿਕ ਵੰਨਗੀ ਹੈ ਕਿ ਉਹਨਾਂ ਅੱਖਰਾਂ ਨੂੰ ਲੈ ਕੇ ਇੱਕ ਉਪਦੇਸ਼ ਕਰ ਦਿੱਤਾ। ਗੱਲ ਤੇ ਉਪਦੇਸ਼ ਦੀ ਹੈ।